ਦੇ ਇਸ ਸਮਾਗਮ ਨੂੰ, ਇਸ ਸੁਨੇਹੇ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਵੀ ਮੀਡੀਆ ਰਾਹੀਂ ਸਰਵਣ ਕਰ ਰਹੀਆਂ ਨੇ। ਇਸ ਸਬੰਧ ਵਿੱਚ ਸਾਰੀ ਮੁਕੰਮਲ ਜਾਣਕਾਰੀ ਵਿਚਾਰਾਂ ਦੇ ਰੂਪ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਜੀ ਆਪ ਜੀ ਨੂੰ ਦੇਣਗੇ। ਮੈਂ ਬੜੇ ਸਤਿਕਾਰ ਸਹਿਤ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਉਹ ਕਿਰਪਾ ਕਰਕੇ ਮਾਈਕ ਤੇ ਆਉਣ ਤੇ ਸੰਗਤਾਂ ਦੇ ਨਾਲ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਜੀ। ਇੱਕ ਚੜ੍ਹਦੀ ਕਲਾ ਦਾ ਜੈਕਾਰਾ ਲਾਈਏ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 23/7/23 23 ਜੁਲਾਈ 2023 ਇੱਕ ਇਤਿਹਾਸਕ ਦਿਨ ਆ ਜਿਸ ਦਿਨ ਤੁਸੀਂ ਆਪਣਾ YouTube ਇਹ ਜਿਹੜਾ ਚੈਨਲ ਆ ਉਹ ਚਾਲੂ ਕਰਨਾ ਸਵੇਰ ਤੋਂ ਅਮਲ ਦੇ ਵਿੱਚ ਆ ਜਾਊਗਾ। ਸਮੁੱਚੀ ਸੰਗਤ ਨੂੰ ਔਰ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈ ਦਿੰਨਾ ਕਿ ਇਹ ਕਾਰਜ ਲੰਬੇ ਅਰਸੇ ਦਾ ਜਿਹੜਾ ਅਧੂਰਾ ਪਿਆ ਸੀ ਅੱਜ YouTube ਦੇ ਚੈਨਲ ਰਾਹੀਂ ਇੱਕ ਪਲਾਂਘ ਪੁੱਟ ਕੇ ਅਗਾਂਹ ਨੂੰ ਹੋਇਆ। ਬੜੇ ਲੰਬੇ ਅਰਸੇ ਦੀ ਮੰਗ ਸੀ ਕਿਉਂਕਿ ਸਾਡਾ ਐਗਰੀਮੈਂਟ 23 ਤਰੀਕ ਤੱਕ ਸੀਗਾ, ਜੁਲਾਈ ਤੱਕ ਉਹਦੀ ਅੱਜ ਸਮਾਪਤੀ ਹੋ ਜਾਣੀ ਤੇ ਖਾਲਸਾ ਪੰਥ ਨੇ ਆਪਣਾ YouTube ਚੈਨਲ ਜਿਹੜਾ ਉਹ ਲਾਂਚ ਕਰ ਦਿੱਤਾ, ਜਿਹੜਾ ਸਵੇਰ ਤੋਂ ਆਪਣੀ ਉਹ ਉਹਨਾਂ ਦੀ ਕਾਰਵਾਈ ਜਿਹੜੀ ਉਹ ਸ਼ੁਰੂ ਹੋ ਜਾਊਗੀ। ਸੋ ਇਹ ਪਿੱਛੇ ਇੱਕ ਸਬ ਕਮੇਟੀ ਦੀ ਮੀਟਿੰਗ ਹੋਈ ਸਾਰੀ, ਜਿਨ੍ਹਾਂ ਨੇ ਸਾਰਾ ਕਾਰਜ ਜਿਹੜਾ ਸੀਗਾ ਉਹ ਨਿਪਰੇ ਚਾੜਿਆ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਵੀ ਇਹ ਆਦੇਸ਼ ਹੋਇਆ ਸੀ ਤੁਸੀਂ ਆਪਣਾ YouTube ਜਿਹੜਾ ਚੈਨਲ ਲਾਂਚ ਕਰੋ। ਪਰ ਮੈਨੂੰ ਅਫਸੋਸ ਆ ਕਿ ਖਾਲਸੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਆਪਣੇ ਆਪ ਨੂੰ ਕਲੇਮ ਕਰਦੀਆਂ ਉਹ 1 ਸਾਲ ਦਾ ਸਮਾਂ ਇਸ ਗੱਲ ਨਾਲ ਜੋੜ ਰਹੇ ਪਏ ਜਿਵੇਂ 1 ਸਾਲ ਪਹਿਲਾਂ ਕੰਮ ਕਰਨਾ ਸੀ, ਪਰ ਅਸੀਂ 1 ਸਾਲ ਪਹਿਲਾਂ ਕੰਮ ਸ਼ੁਰੂ ਵੀ ਕੀਤਾ ਤੇ ਉਹ ਕਾਰਜ ਨੂੰ ਲੱਗਦੇ ਲੱਗਦੇ ਅੱਜ 1 ਸਾਲ ਹੋਇਆ ਤੇ ਅੱਜ ਆਪਾਂ ਉਹਦੇ ਵਿੱਚ ਇੱਕ ਮੋਹਰ ਵੀ ਖਿੱਚੀ ਆ। ਜਿੱਥੇ ਖਾਲਸਾ ਪੰਥ ਵਧਾਈ ਦਾ ਪਾਤਰ ਆ ਉੱਥੇ ਕੁਝ ਰੂਹਾਂ ਈਰਖਾ ਦੇ ਨਾਲ ਸੜਬਾਲ ਵੀ ਰਹੀਆਂ। ਮੈਂ ਨਾਮ ਨਹੀਂ ਕਿਸੇ ਦਾ ਵੀ ਲੈਣਾ, ਕਹਿ ਰਹੇ ਆ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਝੂਠ ਬੋਲਿਆ। ਮੈਂ ਸੰਗਤਾਂ ਦੇ ਰੂਬਰੂ ਆ, ਇੱਕੋ ਗੱਲ ਉਦਣ ਵੀ ਕਹੀ ਸੀ ਕਿ YouTube ਚੈਨਲ ਜਿਹੜਾ ਉਹ 23 ਨੂੰ ਲਾਂਚ ਕਰਾਂਗੇ। ਅੱਜ 23 ਤਰੀਕ ਆ, ਅੱਜ ਲਾਂਚ ਹੋ ਗਿਆ। ਮੈਂ ਕਿਤੇ ਵੀ ਨਹੀਂ ਸੀ ਇਹ ਗੱਲ ਕਹੀ ਕਿ ਸੈਟਲਾਈਟ ਚੈਨਲ ਅਸੀਂ 23 ਨੂੰ ਚਾਲੂ ਕਰਾਂਗੇ। YouTube ਦਾ ਖਾਲਸਾ ਪੰਥ ਨਾਲ ਵਾਅਦਾ ਕੀਤਾ ਸੀ। ਗੁਰੂ 6ਵੇਂ ਪਾਤਸ਼ਾਹ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਉਸ ਮਹਾਨ ਬੁੰਗੇ ਤੇ ਜਿਹੜਾ ਸ਼ਹੀਦਾਂ ਦਾ ਬੁੰਗਾ ਭਾਈ ਗੁਰਬਖਸ਼ ਸਿੰਘ ਦਾ ਬੁੰਗਾ, ਉੱਥੇ ਆਪਾਂ ਅਰਦਾਸ ਕਰਕੇ ਖੰਡ ਪਾਠਾਂ ਦੀ ਸਮਾਪਤੀ, ਉੱਥੇ ਆਪਾਂ ਇਹ ਅਰਦਾਸ ਵੀ ਕੀਤੀ ਆ ਕਿ ਇਹ ਕਾਰਜ ਸਤਿਗੁਰੂ ਜੀ ਤੁਸੀਂ ਆਪ ਨੇਪਰੇ ਚੜਾਇਆ ਤੇ ਝੂਠ ਬੋਲਣ ਦੀ ਕੋਈ ਗੱਲ ਨਹੀਂ ਸੀ। ਮੈਂ ਥੋੜੀ ਜਿਹੀਆਂ ਵਿਚਾਰਾਂ ਤਾਂ ਉੱਥੇ ਕਰਨੀਆਂ ਚਾਹੁੰਦਾ ਸੀ, ਪਰ ਫਿਰ ਮੈਂ ਠੀਕ ਨਾ ਸਮਝਿਆ ਕਿ ਇੱਥੇ ਬੈਠ ਕੇ ਆਪਾਂ ਖੁੱਲੇ ਮਾਹੌਲ ਦੇ ਵਿੱਚ ਸਾਰੀ ਵਾਰਤਾਲਾਪ ਵੀ ਆਪਣੀ ਕਰੀਏ। ਤੇ ਜਿਹੜੇ ਇਹ ਗੱਲ ਕਹਿ ਰਹੇ ਝੂਠ ਬੋਲਦੇ ਸੀ ਉਹਨਾਂ ਨੂੰ ਆਪਣੇ ਆਂਗਣ ਦੇ ਵਿੱਚ ਵੀ ਇੱਕ ਵਾਰੀ ਝਾਤੀ ਮਾਰਨੀ ਚਾਹੀਦੀ ਆ ਕਿ ਕਿਸੇ ਵੇਲੇ ਤੁਸੀਂ ਵੀ ਇਹ ਕਾਰਜ ਸ਼ੁਰੂ ਕੀਤੇ ਸੀ, ਉਸ ਵੇਲੇ ਕਿਉਂ ਨਹੀਂ ਤੁਸੀਂ ਇਹਨਾਂ ਨੂੰ ਸਿਰੇ ਚੜਾਇਆ। ਜੇ ਅੱਜ ਸਿਰੇ ਚੜ ਗਏ, ਅੱਜ ਮੂੰਹ ਉੱਤੇ ਚੜ ਕੇ ਈਰਖਾ ਬੋਲ ਰਹੀ ਆ, ਇਹੋ ਜੀਆਂ ਪਿਰਤਾਂ ਨਾ ਪਾਈਏ। ਖਾਲਸਾ ਪੰਥ ਦੀਆਂ ਜਿਹੜੀਆਂ ਪਿਰਤਾਂ ਉਹ ਜੋਗੋ ਜੋਗ ਅਟਲ ਇਸੇ ਤਰ੍ਹਾਂ ਇਸ ਧਰਤੀ ਤੇ ਚੱਲਦੀਆਂ ਰਹਿਣੀਆਂ। ਇੱਕ ਹੋਰ ਮਹਾਪੁਰਸ਼ ਬੋਲਦੇ ਆ ਜਿਹੜੇ ਪੰਜਾਬ ਸਰਕਾਰ ਦੇ ਇਸ ਵੇਲੇ ਬਾਲੀ ਵਾਰਸ ਆ, ਉਹ ਕਹਿੰਦੇ ਦੇਖੋ ਜੀ ਇਹ ਸ਼੍ਰੋਮਣੀ ਕਮੇਟੀ ਨੇ ਕਾਰਜ ਪਹਿਲਾਂ ਬਿਉਂਤਬੰਦੀ ਕੀਤੀ ਹੋਈ ਸੀ, ਅਸੀਂ ਕੋਈ ਬਿਉਂਤਬੰਦੀ ਨਹੀਂ ਸੀ ਕੀਤੀ। YouTube ਦਾ ਵਾਅਦਾ ਕੀਤਾ ਸੀ, ਉਹ ਵਾਅਦਾ ਪੂਰਾ ਸਤਿਗੁਰੂ ਜੀ ਨੇ ਨਿਭਾਇਆ ਤੇ ਉਸ ਵਾਅਦੇ ਦੇ ਵਿੱਚ ਆ ਜਿਹੜਾ ਹੁਣ YouTube ਚੱਲਣਾ, ਕੁਝ ਹੈਗੇ ਜਿਹੜੇ ਸੈਟਲਾਈਟ ਦੇ ਉੱਤੇ ਘਰਾਂ ਦੇ ਵਿੱਚ ਦੇਖਦੇ ਆ,
ਕੁਝ ਕੰਮਾਂ ਕਾਰਾਂ ਦੇ ਦੇਖਦੇ, ਕੁਝ ਦਫ਼ਤਰਾਂ ਦੇ ਵਿੱਚ ਦੇਖਦੇ ਆ, ਉਹਨਾਂ ਲਈ ਵੀ ਇਹ ਸਹਾਈ ਹੋਊਗਾ। ਤੇ ਜਿਹੜਾ ਸੈਟਲਾਈਟ ਚੈਨਲ ਸੀ ਉਹਦੀ ਵੀ ਅਸੀਂ ਪਲਾਂਘ ਪੁੱਟ ਲਈ ਆ, ਉਹ ਵੀ ਗੁਰੂ ਸਾਹਿਬ ਕਿਰਪਾ ਕਰਨਗੇ, ਕਿਉਂਕਿ ਉਹਦੀਆਂ ਫਾਰਮੈਲਿਟੀਆਂ ਕੁਝ ਹੈਗੀਆਂ, ਉਹ ਫਾਰਮੈਲਿਟੀਆਂ ਸਤਿਗੁਰੂ ਜੀ ਆਪ ਸੰਪੂਰਨ ਕਰਵਾ ਲੈਣਗੇ। ਉਹ ਵੀ ਕਾਰਜ ਤੁਹਾਡੇ ਸਾਹਮਣੇ ਆਊਗਾ, ਕਿਉਂਕਿ ਜਿਹੜਾ ਝੂਠ ਬੋਲੂਗਾ ਉਹ ਗੁਰੂ ਦਾ ਦੇਣਦਾਰ ਹੋਊਗਾ, ਤੇ ਜੇ ਕੋਈ ਈਰਖਾ 'ਚ ਬਲੂਗਾ ਉਹ ਸਤਿਗੁਰੂ ਦੀ ਸਜ਼ਾ ਦਾ ਭਾਗੀਦਾਰ ਬਣੂਗਾ। ਮੈਂ ਬਹੁਤ ਲੰਬਾ ਭਾਸ਼ਣ ਨਹੀਂ ਕਰਨਾ, ਕਿਰਪਾ ਕਰਕੇ ਖਾਲਸਾ ਪੰਥ ਨੂੰ ਜਿੱਥੇ ਵਧਾਈ ਦਿੰਨਾ ਉੱਥੇ ਇਹ ਵੀ ਕਹਿਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਦਾ ਯੁੱਗ ਆ, ਤੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਵਪਾਰੀਕਰਨ ਵੀ ਹੋ ਰਿਹਾ। ਅੱਜ ਬਹੁਤ ਕੁਝ ਕਿਹਾ ਜਾ ਰਿਹਾ, ਅਸੀਂ ਤਾਂ ਕੁਝ ਐਲਾਨ ਕਰਦੇ ਨਹੀਂ, ਅਸੀਂ ਕੇਵਲ ਦਾ ਕੇਵਲ ਜਿਹੜਾ ਕਹਿੰਦੇ ਉਹ ਕਰਨਾ ਵੀ ਹੈ ਤੇ ਕੀਤਾ ਵੀ, ਤੇ ਅਗਾਂਹ ਵੀ ਗੁਰੂ ਸਾਹਿਬ ਕਰਵਾਉਣਗੇ। ਸੋ ਇਹਦੇ ਵਿੱਚ ਕੀਤਾ ਕੀ ਆ ਕਿ ਜਿਹੜੇ YouTube ਚੈਨਲ, ਇਹਦੇ ਰਾਈਟ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਕੋਲ ਰਾਖਵੇਂ ਰੱਖੇ ਗਏ ਆ। ਉਹਦੇ ਵਿੱਚ ਕੋਈ ਵੀ ਬੰਦਾ ਸ਼ੇਅਰ ਕਰ ਸਕਦਾ, ਉਹਨੂੰ ਅਸੀਂ ਲਿੰਕ ਨਹੀਂ ਦੇਣਾ, ਕਿਉਂਕਿ ਲਿੰਕ ਦੇ ਵਿੱਚ ਕਈ ਵਾਰੀ ਬਹੁਤ ਸਾਰੀਆਂ ਫਿਰ ਤਰੁੱਟੀਆਂ ਆ ਜਾਂਦੀਆਂ। ਸੋ ਗੁਰੂ ਸਾਹਿਬ ਕਿਰਪਾ ਕਰਨ, ਇਹ ਜਿਹੜਾ ਚੈਨਲ ਜਿਹਦਾ ਨਾਮ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੱਖਿਆ, ਫਿਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਰੱਖਿਆ ਗਿਆ, ਤੇ ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਇਹਦੇ ਉੱਤੇ ਕਮੈਂਟ ਵੀ ਕੀਤੇ। ਫਿਰ ਕੁਝ ਨੇ ਮੈਨੂੰ ਸੁਝਾਅ ਦਿੱਤਾ ਕਿ ਕੱਲ ਨੂੰ ਕੋਈ ਲਿਟੀਗੇਸ਼ਨ ਸ਼ੁਰੂ ਹੋ ਜਾਏ, ਫਿਰ ਸੱਚਖੰਡ ਦੇ ਨਾਂ ਦੇ ਉੱਤੇ ਠੀਕ ਨਹੀਂ ਲੱਗੂਗਾ, ਤੁਸੀਂ ਇਹਦਾ ਨਾਂ ਤਬਦੀਲ ਕਰਕੇ ਕੋਈ ਹੋਰ ਨਾਂ ਰੱਖੋ। ਸੋ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ, ਉਹਨਾਂ ਨਾਲ ਵੀ ਸਲਾਹ ਹੋਈ, ਇਹਦਾ ਨਾਂ ਹੁਣ SGPC ਅੰਮ੍ਰਿਤਸਰ ਹੋਊਗਾ। ਜਿਹੜਾ ਕੋਈ ਵੀ ਕਿਤੇ ਸਰਚ ਮਾਰ ਕੇ SGPC ਅੰਮ੍ਰਿਤਸਰ ਦੇ ਉੱਤੇ ਲਾਈਵ ਚੈਨਲ ਜਿਹੜਾ ਉਹ ਤੁਹਾਡਾ ਚੱਲਦਾ ਰਹੂਗਾ। ਸਿੰਘ ਸਾਹਿਬ ਨੇ ਜਿਹੜਾ ਕੱਲ ਆਦੇਸ਼ ਕੀਤਾ ਪਰਸੋਂ, ਜਿਹੜਾ ਗਰੇਬਾਜ ਸਾਹਿਬ ਨੇ ਇੱਥੇ ਪ੍ਰੈਸ ਰਾਹੀਂ ਤੁਹਾਨੂੰ ਸੰਬੋਧਨ ਵੀ ਕੀਤਾ ਸੀ, ਉਹ ਸੀਗਾ ਕਿ YouTube ਚਾਲੂ ਹੋ ਗਿਆ, ਬਹੁਤ ਵਧਾਈਆਂ। ਪਰ ਲੋਕਾਂ ਦੀ ਮੰਗ ਸੀ ਕਿ ਸੈਟਲਾਈਟ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਇਹਨੂੰ ਪ੍ਰੋਗਰਾਮ ਨੂੰ ਦੇਖਦੇ ਆ, ਉਹ ਸੰਗਤਾਂ ਦੀ ਮੱਦੇਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ, ਉਹਨਾਂ ਦੇ ਆਦੇਸ਼ ਅਨੁਸਾਰ ਉਹ ਇੱਥੇ ਬੈਠ ਕੇ ਜਿਹੜੇ ਅਧਿਕਾਰ ਪਹਿਲਾਂ PTC ਕੋਲ ਸੀਗੇ ਉਹ ਖਤਮ ਹੋ ਗਿਆ। ਹੁਣ ਗਾਹਾਂ ਨਵਾਂ ਐਗਰੀਮੈਂਟ ਕੋਈ ਨਹੀਂ ਕੀਤਾ, ਉਹਨਾਂ ਨੇ ਇਹ ਚਲਾਉਣਾ। ਤੇ ਉਹਦੇ ਨਾਲ ਦੀ ਨਾਲ ਜਿਹੜਾ 12 ਲੱਖ ਰੁਪਏ ਦਾ ਬੜਾ ਬਬੇਲਾ ਖੜੂ ਕੀਤਾ ਕਿ ਜੀ 12 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਦੇਣਦਾਰ ਘਰ ਭਰ ਦਊਗੀ, ਉਹ ਵੀ ਸਾਰਾ ਮਾਫ ਕੀਤਾ। ਇਹ 3 ਮਹੀਨੇ ਚੱਲੂਗਾ। ਉਸ ਤੋਂ ਬਾਅਦ ਹੋਰ ਨਵਾਂ ਜਿਹੜਾ ਸਿਸਟਮ ਜੇ ਗੁਰੂ ਨੇ ਕਿਰਪਾ ਕੀਤੀ ਉਹ ਵੀ ਲਾਂਚ ਕਰਾਂਗੇ। ਇੱਕ ਧਿਆਨ ਮਨ ਵਿੱਚ ਰੱਖਿਓ ਕਿ ਲਾਂਚ ਹੋਣਾ ਹੀ ਹੋਣਾ ਇਹ, ਪਰ ਸਮਾਂ ਵੱਧ ਘੱਟ ਲੱਗ ਸਕਦਾ, ਇਸ ਕਰਕੇ ਸਾਨੂੰ ਖਿਮਾ ਵੀ ਕਰ ਦਿਓ। ਦੂਸਰੀ ਬੇਨਤੀ ਕਿ ਇਹ ਜਿਹੜਾ ਕਾਰਜ ਆ, ਇਸ ਕਾਰਜ ਦੇ ਵਿੱਚ ਅੱਜ ਅੜਚਣਾਂ ਵੀ ਬਹੁਤ ਸਾਰੀਆਂ ਡਾਈਆਂ ਜਾ ਰਹੀਆਂ। ਉਹ ਅੜਚਣਾਂ ਗੁਰੂ ਸਾਹਿਬ ਨੇ ਆਪ ਹੀ ਦੂਰ ਕਰ ਦਿੱਤੀਆਂ ਤੇ ਆਪ ਹੀ ਦੂਰ ਕਰ ਦੇਣੀਆਂ। ਮੈਂ ਜਿਹੜੇ ਮੌਕੇ ਦੇ ਹਾਕਮ ਪੰਜਾਬ ਦੇ, ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਕਾਰਜ ਸਰਕਾਰ ਦੇ ਕਰੋ ਜਿਹੜੇ ਬਹੁਤ ਜ਼ਰੂਰੀ ਆ, ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਾਰਜ ਆ ਇਹ ਕਾਰਜ ਕਰਨ ਵਿੱਚ ਸਮਰੱਥ ਆ। ਮੈਂ ਅੱਗੇ ਵੀ ਇੱਕ ਦਿਨ ਇਹ ਗੱਲ ਕਹੀ ਸੀ, ਸਾਨੂੰ ਸਰਕਾਰਾਂ ਦੀ ਨਹੀਂ ਲੋੜ। ਚੇਤਾ ਕਰੋ 1984 ਦਾ ਸਾਕਾ, ਜਦੋਂ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਆ ਸੀ ਤੇ ਖਾਲਸਾ ਪੰਥ ਨੇ ਉਸਲੇ ਦੇ ਜਿਹੜੇ ਛੇਕੇ ਹੋਏ ਬੂਟਾ ਸਿੰਘ, ਸਰਦਾਰ ਗਿਆਨੀ ਜੈਲ ਸਿੰਘ, ਉਹਨਾਂ ਨੇ ਬਣਵਾ ਵੀ ਲਿਆ, ਪਰ ਜਿਹੜੇ ਪ੍ਰਬੰਧ ਖਾਲਸੇ ਕੋਲ ਆਇਆ ਥੱਲੇ ਨੀਹਾਂ ਤੱਕ ਇੱਕ ਇੱਕ ਇੱਟ ਪੁੱਟ ਕੇ ਖਾਲਸਾ ਪੰਥ ਨੇ ਨਵੀਂ ਰਚਨਾ ਕਰਵਾਈ ਸੀ। ਇਹ ਸਾਡਾ ਇਤਿਹਾਸ ਆ, ਸਰਕਾਰਾਂ ਦੀ ਨਹੀਂ ਸਾਨੂੰ ਲੋੜ। ਚੈਨਲ ਅਸੀਂ ਆਪੇ ਗੁਰੂ ਰਾਮਦਾਸ ਪਾਤਸ਼ਾਹ ਨੇ ਆਪੇ ਸਾਡੇ ਕੋਲੋਂ ਬਣਵਾ ਲੈਣੇ ਆ। ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੋ। ਖਾਲਸਾ ਪੰਥ ਜੀ ਤੁਸੀਂ ਵੀ ਸੋਚੋ, ਆ ਬੜੀਆਂ ਵੱਡੀਆਂ ਇੱਕ ਜਿਹੜੀਆਂ ਚੁਣੌਤੀਆਂ ਆ ਰਹੀਆਂ, ਆ ਬੈਠੇ ਸਾਰਾ ਪਰਿਵਾਰ ਸਾਡਾ ਸਿੱਖ ਪੰਥ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਗੁਰਦੁਆਰਾ ਸਾਹਿਬਾਨ ਜੇ ਲੰਗਰ ਦੀ ਲੋੜ ਪਈ, ਸਰਕਾਰਾਂ ਪਿੱਛੇ ਹਟ ਗਈਆਂ। ਸਭ ਤੋਂ ਪਹਿਲਾ ਕਾਰਜ ਗੁਰੂ ਸਾਹਿਬ ਜੀ ਨੇ ਤਰਸ ਕਰਕੇ ਸੰਗਤਾਂ ਕੋਲੋਂ ਕਰਵਾਇਆ। ਜੇ ਦਵਾਈਆਂ ਦੀ ਲੋੜ ਪਈ, ਸੰਗਤਾਂ ਨੇ ਗੁਰੂ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕਰਵਾਇਆ। ਜੇ ਪਸ਼ੂਆਂ ਦੇ ਚਾਰੇ ਦੀ ਲੋੜ ਪਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕਰਵਾਇਆ। ਸਾਰੇ ਕਾਰਜ ਨਿਰਵਿਘਨਤਾ ਸਹਿਤ ਚੱਲ ਰਹੇ ਆ। ਸਮੁੱਚੇ ਮੈਨੇਜਰ ਸਹਿਬਾਨ,
ਸਮੁੱਚੇ ਸਾਡਾ ਸਟਾਫ ਜਿਹੜਾ ਗੁਰਦੁਆਰਾ ਸਾਹਿਬਾਨਾਂ ਦਾ ਉਹਨਾਂ ਨੂੰ ਵਧਾਈ ਦਿੰਨਾ। ਇਸ ਗੱਲ ਦਾ ਥਾਪੜਾ ਵੀ ਦਿੰਨਾ, ਔਖੀ ਬਿਪਤਾ ਦੇ ਵਿੱਚ ਤੁਸੀਂ ਆਪਣੇ ਪਿੰਡੇ ਤੇ ਉੱਤੇ ਸਾਰਾ ਸੰਤਾਪ ਹੰਢਾ ਕੇ ਘਰ ਘਰ ਦੇ ਵਿੱਚ ਦੁੱਧ, ਘਰ ਘਰ ਦੇ ਵਿੱਚ ਪਾਣੀ, ਘਰ ਘਰ ਦੇ ਵਿੱਚ ਲੰਗਰ, ਘਰ ਘਰ ਦੇ ਵਿੱਚ ਦਵਾਈਆਂ ਤੁਸੀਂ ਸਾਰੀਆਂ ਪਹੁੰਚਾਈਆਂ, ਵਧਾਈ ਦੇ ਪਾਤਰ ਆ। ਕਈਆਂ ਨੂੰ ਇਹ ਗੱਲ ਹਾਜ਼ਮ ਵੀ ਨਹੀਂ ਹੋਈ। ਆ ਜਿਹੜਾ ਸਾਡਾ ਪਰਿਵਾਰ ਬੈਠਾ ਇਹ ਸਿੱਖ ਪੰਥ ਨੂੰ ਸਮਰਪਿਤ ਆ, ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸਟੇਜ ਦੇ ਉੱਤੋਂ ਤੁਸੀਂ ਵੀ ਖਬਰਦਾਰ ਹੋ ਜਾਓ। ਦਿੱਲੀ ਦੇ ਜਿਹੜੇ ਰਖਵਾਲੇ ਅੱਜ ਰਲੇ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੱਜ ਕਹਿੰਦੀ ਮੈਂ ਪੰਜਾਬ ਦੀ ਧਰਤੀ ਤੇ ਧਰਮ ਪ੍ਰਚਾਰ ਕਰ ਰਹੀ ਹਾਂ, ਉਹਨਾਂ ਧਰਮ ਪ੍ਰਚਾਰ ਕਮੇਟੀਆਂ ਦੇ ਬੁਲਾਰੇ ਉੱਥੋਂ ਸੇਧ ਲੈਂਦੇ ਆ, ਬੀਜੇਪੀ ਤੋਂ, ਪੰਜਾਬ ਤੋਂ ਸੇਧ ਲੈਂਦੇ ਆਪ ਤੋਂ ਆ ਕੇ। ਆਪ ਦੇ ਵਿੱਚ ਜੇ ਕੋਈ ਗੱਲ ਕਹਿੰਦੀ ਪੰਜਾਬ ਸਰਕਾਰ ਉਹਨੂੰ ਇੰਡੋਰਸ ਕਰਦੇ ਆ, ਤੇ ਉਹਨਾਂ ਦੇ ਚਹੇਤੇ ਅੱਜ ਇੱਥੇ ਯੂਨੀਅਨ ਬਣਾਈ ਜਿਨ੍ਹਾਂ ਨੇ। ਇਹ ਮੈਂ ਤਾਂ ਅੱਜ ਅਨਾਉਂਸ ਕੀਤਾ ਕਿ ਆਹ ਸਾਰਾ ਖਾਲਸਾ ਪੰਥ ਦਾ ਪਰਿਵਾਰ ਆ। ਤੁਹਾਨੂੰ ਲੋਕ ਪੁੱਛਣਗੇ, ਤੁਹਾਨੂੰ ਲੋਕ ਇਤਿਹਾਸ ਨਹੀਂ ਮਾਫ ਕਰੂਗਾ। ਚੇਤਾ ਰੱਖਿਓ, ਮੈਂ ਸਟੇਜ ਤੋਂ ਇਹ ਗੱਲ ਕਹਿ ਰਿਹਾ, ਯੂਨੀਅਨ ਇੱਥੇ ਨਹੀਂ ਬਣਦੀ, ਇਹ ਕੋਈ ਟ੍ਰੇਡ ਨਹੀਂ, ਇਹ ਕੋਈ ਇੰਡਸਟਰੀ ਨਹੀਂ। ਜਿਨ੍ਹਾਂ ਨੇ ਬਣਾਈ ਖਬਰਦਾਰ ਹੋ ਜਾਓ, ਵਾਪਸ ਹੋਵੋ, ਨਹੀਂ ਫਿਰ ਨਤੀਜਾ ਵੀ ਭੁਗਤਣਾ ਪਊਗਾ। ਇਹ ਤੁਹਾਨੂੰ ਗੁੰਮਰਾਹ ਵੀ ਕਰਨਗੇ, ਆਪਾਂ ਗੁੰਮਰਾਹ ਨਹੀਂ ਹੋਣਾ। ਇਹ ਗੁਰੂ ਦਾਰਿਆ, ਇਹ ਗੁਰੂ ਖਾਲਸੇ ਦੀ ਪੰਥ ਦੀ ਦਸਵੰਧ ਤੋਂ ਚੱਲਦੀ ਸੰਪਰਦਾਇਆ। ਇਹ ਕੋਈ ਪ੍ਰੋਫਿਟ ਨਹੀਂ ਕਮਾਉਂਦੀ, ਪੱਖੇ ਨਹੀਂ ਬਣਾਉਂਦੀ ਜਾਂ ਕੋਈ ਹੋਰ ਕਾਰਜ ਨਹੀਂ ਬਣਾਉਂਦੀ। ਤੇ ਸ਼ਰਮ ਆਉਣੀ ਚਾਹੀਦੀ ਆ, ਸ਼ਰਮ ਮਹਿਸੂਸ ਹੋਣੀ ਚਾਹੀਦੀ। ਕਿਨ ਕਰਵਾਇਆ ਕਾਰਜ? ਪੰਜਾਬ ਦੀ ਸਰਕਾਰ ਨੇ। ਇਹਨਾਂ ਨੂੰ ਵਰਤ ਕੇ ਜਿਹੜੀ ਟ੍ਰੇਡ ਯੂਨੀਅਨ ਨੇ ਅੱਜ ਰਜਿਸਟਰ ਕਰਵਾਈ, ਇਹ ਪੰਜਾਬ ਸਰਕਾਰ ਨੂੰ ਮੈਂ ਸਿੱਧਾ ਦੋਸ਼ੀ ਗਰਦਾਨਦਾ। ਇਹ ਕਾਰਜ ਤੁਸੀਂ ਕੀਤਾ। ਪਿੱਛੇ ਸਾਡੀ ਕਰੂਸ਼ਲ ਤੌਰ ਤੇ ਇੱਕ ਮੀਟਿੰਗ ਸੀ, ਐਗਜ਼ੈਕਟਿਵ ਦੀ ਮੀਟਿੰਗ ਸੀ। ਮੇਰੇ ਕੋਲ ਉਹ ਬੰਦੇ ਆਏ ਜਿਨ੍ਹਾਂ ਨੂੰ ਸੱਦਿਆ ਗਿਆ, ਦੱਸੋ ਕਿੰਨੇ ਪੈਸੇ ਚਾਹੀਦੇ ਆ। ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਦੇ ਵਿੱਚ ਵਿਰੋਧ ਕਰਿਓ। ਇਹ ਪੰਜਾਬ ਸਰਕਾਰ ਕਰ ਰਹੀ ਆ। ਇਹਨਾਂ ਦਾ ਇੱਕ ਕੈਬਨਿਟ ਦਾ ਮੰਤਰੀ ਜਿਹਨੂੰ ਡਾਇਰੈਕਸ਼ਨ ਦਿੱਤੀ ਗਈ ਕਿ ਤੂੰ ਦੇਖ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿੱਥੇ ਕੋਈ ਘਪਲੇਬਾਜ਼ੀ ਹੁੰਦੀ ਆ, ਉਹਨਾਂ ਮੈਂਬਰ ਨੂੰ ਸੱਦ ਕੇ ਉਹਦਾ ਗੁਰੂ ਦੇ ਬਰਖਾਇਓ ਆ। ਉਹ ਮੈਂਬਰ ਡਰਦੇ ਨਹੀਂ, ਗੁਰੂ ਦੀ ਭੈ ਭਾਵਨਾ 'ਚ ਰਹਿਣ ਵਾਲੇ ਆ। ਮੈਨੂੰ ਆ ਕੇ ਦੱਸਿਆ ਕਿ ਆਹ ਕਾਰਜ ਅੱਜ ਕਰ ਰਹੇ, ਜੇ ਕੋਈ ਹੋਰ ਬਕਾਊ ਹੁੰਦੇ ਸ਼ਾਇਦ ਵਿਕ ਜਾਂਦੇ। ਇਹ ਆਪਾਂ ਨੂੰ ਅੱਜ ਸੋਚਣਾ ਪਊਗਾ ਕਿ ਇੱਕ ਪਾਸੇ YouTube ਆਪਾਂ ਚਾਲੂ ਕੀਤਾ, ਸਾਨੂੰ ਦੇ ਦਿਓ, ਅਸੀਂ 24 ਘੰਟਿਆਂ 'ਚ ਚਾਲੂ ਕਰ ਦਿਆਂਗੇ। ਖਾਲਸਾ ਪੰਥਾ ਚਾਲੂ ਕਰਨ ਦੇ ਸਮਰੱਥਾ, ਚਾਲੂ ਹੋ ਗਿਆ ਤੇ ਚਾਲੂ ਹੁੰਦਾ ਰਹਿਣਾ, ਚੱਲੀ ਜਾਣਾ। ਪਰ ਜੇ ਆਪਾਂ ਸੁਚੇਤ ਨਾ ਹੋਏ, ਆਉਂਦੀ ਨਵੰਬਰ ਆਉਣੀ ਆ, ਤੁਹਾਡਾ ਮੁੱਲ ਪਾਉਣ ਤੇ ਤੁਰਨਗੇ। ਜੇ ਆਪਾਂ ਸੁਚੇਤ ਨਾ ਹੋਏ ਫਿਰ ਆਪਾਂ ਬਾਅਦ ਦੇ ਵਿੱਚ ਪਛਤਾਵਾਂਗੇ। ਮੈਂ ਅੱਜ ਤਾਂ ਗੱਲਾਂ ਇਹ ਕਰ ਰਿਹਾ ਸਟੇਜ ਤੋਂ, ਭਾਵੇਂ ਅੱਜ ਮੌਕਾ ਆ ਖੁਸ਼ੀ ਦਾ, ਪਰ ਜੇ ਸੁਚੇਤ ਨਾ ਹੋਵਾਂਗੇ, ਕਿਉਂਕਿ ਮੈਨੂੰ ਕੱਲੀ ਗੱਲ ਇੱਥੇ ਪਹੁੰਚ ਜਾਂਦੀ ਆ ਵੀ ਕੀ ਉੱਥੇ ਹੋ ਰਿਹਾ। ਜੇ ਉਹਨਾਂ ਕੋਲ ਪਹੁੰਚਦੀਆਂ, ਸਾਡੇ ਕੋਲ ਵੀ ਪਹੁੰਚਦੀਆਂ। ਆ ਪਿੱਛੇ ਇੱਕ ਯਤਨ ਕੀਤਾ ਗਿਆ ਸਿੱਧਾ ਸਰਕਾਰ ਵੱਲੋਂ, ਸਾਡਾ ਇੱਕ ਹੇਤੂ ਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਨੂੰ ਅਪਰੋਚ ਕੀਤੀ ਕਿ ਤੂੰ ਚੱਲ ਇੱਕ ਚੈਨਲ ਚਾਲੂ ਕਰ, ਸ਼੍ਰੋਮਣੀ ਕਮੇਟੀ ਨੂੰ ਗਾਲਾਂ ਕੱਢਿਆ ਕਰਨੀਆਂ, ਤੇ ਤੂੰ ਇਹ ਮਹਾਨ ਕਾਰਜ ਦੇ ਵਿੱਚ ਆਪਣਾ ਯੋਗਦਾਨ ਲਾ। ਤੈਨੂੰ ਗੱਡੀ ਵੀ ਮਿਲੂ, ਤੈਨੂੰ ਬਾਡੀਗਾਰਡ ਵੀ ਮਿਲਣਗੇ, ਤੈਨੂੰ ਤਨਖਾਹ ਵੀ ਮਿਲੂ, ਤੈਨੂੰ ਕੋਠੀ ਵੀ ਮਿਲੂ। ਉਹ ਕਹਿੰਦਾ ਮੈਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਦਈ ਆ, ਮੇਤੋਂ ਨਹੀਂ ਇਹ ਕਾਰਜ ਹੋਣਾ, ਗੁਰੂ ਰਾਮਦਾਸ ਦੇ ਦਰ ਨਾਲ ਮੇਤੋਂ ਨਹੀਂ ਭੇਟ ਹੋਣਾ। ਤੇ ਹੁਣ ਇੱਕ ਨਵਾਂ ਕੱਢ ਲਿਆ ਭੌਂਕੂ, ਉਹ ਉੱਥੇ ਬੈਠਦਾ ਰੋਜ਼। ਜੇ 51 ਜਿਹੜੇ ਇੱਥੋਂ ਕਤਾਹੀ ਕੀਤੀ ਜਿਨ੍ਹਾਂ ਵੀ ਸੇਵਾਦਾਰਾਂ ਨੇ, ਜੇ ਸਸਪੈਂਡ ਕੀਤੇ, ਉੱਥੇ ਬੋਲ ਰਿਹਾ ਤੇ ਸ਼੍ਰੋਮਣੀ ਕਮੇਟੀ ਦਾ ਅੱਧਾ ਸਟਾਫ ਖਾਲੀ ਕਰੋ। ਅੱਧਾ ਸਟਾਫ ਜਿਹੜਾ ਆ ਉਹ ਇਹ ਕੁਛ ਨਾ ਕੁਛ ਗਲਤ ਕੰਮ ਕਰਦੇ ਆ। ਤੇ ਜੇ ਅੱਜ 51 ਨੂੰ ਸਸਪੈਂਡ ਕੀਤਾ ਗਿਆ ਤੇ ਹੁਣ ਕਹਿੰਦਾ ਧਾਮੀ ਦਾ ਹਿਟਲਰ ਬਣ ਗਿਆ। ਮੈਂ ਪੁੱਛਣਾ ਚਾਹੁੰਦਾ ਕਿੰਨਾ ਚਿਰ ਆਪਾਂ ਇਹ ਦੇਖਦੇ, ਤੁਸੀਂ ਮੇਰਾ ਕੰਡਕਟ ਵੀ ਦੇਖਦੇ ਆ। ਮੈਂ ਆ ਸਾਰੀ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਆ ਮੁਲਾਜ਼ਮ, ਮੈਂ ਮੁੱਖ ਸਕੱਤਰ ਹੋਣ ਵੇਲੇ ਤੁਹਾਡੇ ਨਾਲ ਭਰਾਵਾਂ ਵਾਲੀ ਸਾਂਝ ਰੱਖੀ ਤੇ ਅੱਜ ਵੀ ਭਰਾਵਾਂ ਵਾਲੀ ਸਾਂਝ ਰੱਖ ਕੇ ਬੈਠਾ। ਕਈ ਵਾਰੀ ਹੋ ਜਾਂਦਾ ਅੱਗਾ ਪਿੱਛਾ, ਪਰ ਜੇ ਸਰਕਾਰ ਦੀਆਂ ਚਾਲਾਂ 'ਚ ਫਸ ਗਏ ਫਿਰ ਮੈਨੂੰ ਕਸੂਰਵਾਰ ਨਾ ਠਹਿਰਾਇਓ। ਮੈਨੂੰ ਕਸੂਰਵਾਰ ਤਾਂ ਠਹਿਰਾਇਓ ਜੇ ਮੈਂ ਕੋਈ ਕੁਤਾਹੀ ਕਰੂੰਗਾ। ਸਾਰਾ ਅੱਜ ਜ਼ੋਰ ਲੱਗਾ ਆ ਦੇਸ਼ ਤੇ ਵਿਦੇਸ਼ ਦੇ ਵਿੱਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਵੇਂ ਬਦਨਾਮ ਕਰਨਾ।
ਧਾਮੀ ਦੇ ਚੱਕਰ ਸਿੱਟੀ ਜਾ, ਮੈਂ ਖੇੜੇ ਮੱਥੇ ਇਸ ਦਰ ਦੇ ਉੱਤੇ ਝੋਲੀ 'ਚ ਪਵਾ ਲਊਂਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉੱਤੇ ਨਾ ਸਿੱਟੋ। ਇਹ ਸੰਸਥਾ ਆ, ਇਹ ਉਹ ਸੰਸਥਾ ਜਿਹੜਾ 103 ਸਾਲ ਦਾ ਇਤਿਹਾਸ ਆ, ਤੇ 103 ਸਾਲ ਇਤਿਹਾਸ ਦੇ ਵਿੱਚ ਸਰਕਾਰ ਨੇ ਸਿੱਧੀ ਦਖਲਅੰਦਾਜ਼ੀ ਨਹੀਂ ਕੀਤੀ। ਜੇ ਕਿਤੇ ਕੀਤੀ ਵੀ, ਉਹ ਹੋਈ ਜਿਹੜੀ ਉਹਨਾਂ ਦੀ ਗਲਤੀ, ਉਹਦਾ ਖਾਲਸਾ ਪੰਥ ਨੇ ਉਹਨਾਂ ਨੂੰ ਖਮਿਆਜਾ ਵੀ ਭੁਗਤਾਇਆ। ਤੇ ਅੱਜ ਕੀ ਗੱਲ ਆਪਾਂ ਬੌਨੇ ਹੋ ਗਏ? ਅੱਜ ਕੀ ਗੱਲ ਸਾਡੀਆਂ ਜ਼ਮੀਰਾਂ ਮਰ ਗਈਆਂ? ਸਾਨੂੰ ਕਹੀ ਜਾਂਦੇ ਜ਼ਮੀਰਾਂ ਮਰ ਗਈਆਂ, ਜ਼ਮੀਰਾਂ ਤਾਂ ਉਹਨਾਂ ਦੀਆਂ ਮਰੀਆਂ ਆ ਜਿਹੜੇ ਗੁਰੂ ਪੰਥ ਦੇ ਅੱਜ ਦੋਖੀ ਈਰਖਾ ਦੇ ਬਸ ਸੜ ਕੇ ਬਲ ਕੇ ਅੱਜ ਅੰਦਰੋਂ ਅੰਦਰੀ ਸਵਾਹ ਤੋਂ ਵੀ ਜ਼ਿਆਦਾ ਜਿਹੜੇ ਨਿਗਾਰ ਲਿਆ ਰਹੇ ਆ। ਤੁਸੀਂ ਜਿੰਨੇ ਵੀ EMPLOYEE ਸਹਿਬਾਨ ਆ, ਤੁਸੀਂ ਸਾਰੇ ਹੀ ਸਿੱਖ ਪੰਥ ਨੂੰ ਸਮਰਪਿਤ ਰਹੇ ਆ। ਸਿੱਖ ਪੰਥ ਨੂੰ ਸਮਰਪਿਤ ਰਹੋ। ਜੇ ਸਿੱਖ ਪੰਥ ਨੂੰ ਸਮਰਪਿਤ ਰਹਾਂਗੇ, ਸੰਸਥਾ ਦੀਆਂ ਵੀ ਖੁਸ਼ੀਆਂ ਲਵੋਗੇ, ਗੁਰੂ ਰਾਮਦਾਸ ਪਾਤਸ਼ਾਹ ਦੀਆਂ ਵੀ ਖੁਸ਼ੀਆਂ ਮਿਲਣਗੀਆਂ, ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਵੀ ਖੁਸ਼ੀਆਂ ਮਿਲਣਗੀਆਂ। ਤੇ ਜੇ ਫਿਰ ਕਤਾਹੀ ਕਰਦੇ ਰਹੇ, ਨਿਸ਼ਾਨਦੇਹੀਆਂ ਹੋ ਜਾਂਦੀਆਂ ਹੁੰਦੀਆਂ, ਫਿਰ ਨਿਸ਼ਾਨਦੇਹੀਆਂ ਦੇ ਵਿੱਚ ਦੋਸ਼ੀ ਨਾ ਕਿਸੇ ਨੂੰ ਠਹਿਰਾਇਓ। ਕਿਉਂਕਿ ਇੱਕ ਪਾਸੇ ਸੈਂਟਰ ਦੀ ਸਰਕਾਰ, ਉਹਦਾ ਵੀ ਸਾਰਾ ਜ਼ੋਰ ਲੱਗਾ ਆ, ਤੇ ਦੂਸਰੀ ਪੰਜਾਬ ਦੀ ਸਰਕਾਰ, ਉਹਦਾ ਵੀ ਸਾਰਾ ਜ਼ੋਰ ਲੱਗਾ ਆ। ਮੈਂ ਤਾਂ ਸੋਚਦਾ ਸੀ ਵੀ ਆ ਪਿੱਛੇ ਲੋਕਾਂ ਨੇ ਬੜੀ ਕੀਤੀ ਇਸ ਗੱਲ ਦੀ ਵੀ ਭਾਈ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਕਾਂ ਦੀ ਪੂਰਤੀ ਕੀਤੀ, ਅਸੀਂ ਕੋਈ ਸਾਨ ਨਹੀਂ ਕੀਤਾ। ਇਹ ਖਾਲਸਾ ਪੰਥ ਦਾ ਫਰਜ਼ ਆ, ਗੁਰੂ ਨਾਨਕ ਦੇਵ ਦਾ ਪਾਤਸ਼ਾਹ ਦਾ ਸਿਧਾਂਤ ਆ ਕਿ ਸਰਬੱਤ ਦੇ ਭਲੇ ਦੀ ਗੱਲ ਕਰਨੀ, ਲੰਗਰ ਪਹੁੰਚਾਏ, YouTube ਲਾਂਚ ਕਰਨਾ ਸੀ। ਬਰਦਾਸ਼ਤ ਨਹੀਂ ਹੋਇਆ, ਨਵੀਂ ਗੱਲ ਇੱਕ ਖੜੀ ਕਰਕੇ ਕਰ ਦਿੱਤੀ ਕਿ ਜੀ ਇਹ ਤਾਂ ਮੁੜ ਉਸ PTC ਨੂੰ ਇਹਨਾਂ ਨੇ ਅਧਿਕਾਰ ਦੇ ਦਿੱਤੇ। ਕੋਈ ਐਗਰੀਮੈਂਟ ਨਹੀਂ ਸਾਡਾ ਹੋਇਆ। ਮੈਂ ਸਟੇਜ ਤੋਂ ਬੈਠਾ ਗੁਰੂ ਦੀ ਹਾਜ਼ਰੀ 'ਚ ਕਹਿ ਰਿਹਾ, ਸਿਰਫ ਜਿੰਨਾ ਚਿਰ ਸਾਡਾ ਚੱਲਦਾ ਨਹੀਂ ਉਹਨਾਂ ਚਿਰ ਉਹਨਾਂ ਨਾਲ ਵਾਅਦਾ ਹੋਇਆ। ਤੇ ਮੈਨੂੰ ਉਹ ਕਈ ਵਾਰੀ ਕਹਿੰਦੇ ਜੀ ਮੂੰਹੋਂ ਤੁਸੀਂ ਆ ਕੇ ਸਾਡੇ ਨਾਲ ਗੱਲ ਵੀ ਕਰ ਲਿਆ ਕਰੋ। ਬਹੁਤ ਝੂਠੇ ਜਿਹੜੇ ਅਲਫਾਜ਼ ਵਰਤੇ ਜਾਂਦੇ ਆ ਸੋਸ਼ਲ ਮੀਡੀਆ ਦੇ ਵਿੱਚ, ਜਿਨ੍ਹਾਂ ਦਾ ਮੈਂ ਚਾਹਾਂ ਬੈਠ ਕੇ ਸਾਹਮੋ ਸਾਹਮਣੇ ਵੀ ਦੇ ਸਕਦਾ ਹਰ ਗੱਲ ਦਾ ਉੱਤਰ, ਪਰ ਮੈਂ ਚਾਹੁੰਦਾ ਨਹੀਂ ਕਿ ਕਿਸੇ ਵਿਵਾਦ ਵਿੱਚ ਪਵਾਂ। ਸੋ ਆਪਾਂ ਅੱਜ ਉਹ ਪਵਿੱਤਰ ਕਾਰਜ ਜਿਹੜਾ ਲੰਬੇ ਅਰਸੇ ਦਾ ਖਾਲਸਾ ਪੰਥ ਦੀ ਚਾਹਨਾ ਸੀ, 1999 ਤੋਂ ਉਦੋਂ ਸ਼ੁਰੂ ਹੋਇਆ ਸੀ, ਪਰ ਉਦੋਂ ਸ਼ੁਰੂ ਹੋਣ ਤੋਂ ਬਾਅਦ ਲੰਮਾ ਸਮਾਂ ਫਿਰ ਇਹ ਸਾਰਾ ਚੱਲਦਾ ਰਿਹਾ। ਅੱਜ YouTube ਲਾਂਚ ਕਰ ਰਹੇ ਹਾਂ। ਮੈਂ ਫਿਰ ਦੁਬਾਰਾ ਸਟੇਜ ਤੋਂ ਰਿਪੀਟ ਕਰਾਂ, ਇਹਦਾ ਲਿੰਕ ਜਿਹੜਾ ਆ ਚਾਲੂ ਕਰ ਸਕਦਾ ਕੋਈ ਵੀ, ਉਹਦੇ ਵਿੱਚ ਇਹ ਪ੍ਰੋਵੀਜ਼ਨ ਹੁੰਦਾ, ਪਰ ਕਿਸੇ ਨੂੰ ਅਸੀਂ ਇਹ ਜਿਹੜਾ ਆ ਲਿੰਕ ਨਹੀਂ ਦੇਣਾ। ਇਹਦੇ ਜਿਹੜੇ ਅਧਿਕਾਰ ਆ ਉਹ ਰਾਖਵੇਂ ਰੱਖੇ ਗਏ ਆ। ਤੇ ਇੱਕ ਅਰਦਾਸ ਵੀ ਕਰਿਓ ਗੁਰੂ ਚਰਨਾਂ ਦੇ ਵਿੱਚ, ਸਤਿਗੁਰੂ ਜੀ ਕਿਰਪਾ ਕਰਿਓ, ਬਖਸ਼ਿਸ਼ ਕਰਿਓ, ਤਰਸ ਕਰਕੇ ਜਿਹੜੇ ਰਹਿੰਦੇ ਕਾਰਜ ਉਹ ਵੀ ਸਾਡੇ ਕੋਲੋਂ ਸੰਪੂਰਨ ਕਰਵਾ ਲਿਓ। ਇਹ ਵੀ ਤਰਸ ਕਰਿਓ ਕਿ ਜਿਹੜੇ ਤੇਰੇ ਤੁਹਾਡੇ ਸੇਵਾਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੰਮ ਕਰਦੇ ਆ, ਚਾਹੇ ਗੁਰਦੁਆਰਾ ਸਾਹਿਬਾਨਾਂ 'ਚ ਕਾਰਜ ਕਰਦੇ ਆ, ਚਾਹੇ ਧਰਮ ਪ੍ਰਚਾਰ 'ਚ ਕਾਰਜ ਕਰਦੇ ਆ, ਚਾਹੇ ਉਹ ਦੂਸਰਿਆਂ ਕਾਰਜਾਂ ਵਿੱਚ ਕਾਰਜ ਕਰਦੇ, ਇਹਨਾਂ ਨੂੰ ਵੀ ਸਮਤ ਬਖਸ਼ਿਸ਼ ਕਰਿਓ। ਇਹਨਾਂ ਨੂੰ ਵੀ ਆਪਣੇ ਚੂੜੀ ਭਰ ਦਿਓ। ਕੋਈ ਇੰਡਸਟਰੀ ਨਹੀਂ, ਇਹ ਕੋਈ ਯੂਨੀਅਨ ਬਣਾਉਣ ਦਾ ਸਮਾਂ ਨਹੀਂ। ਯੂਨੀਅਨ ਇਸ ਸੰਸਥਾ ਦੀ ਕਦੇ ਵੀ ਨਹੀਂ ਬਣ ਸਕਦੀ, ਪਰ ਜੇ ਬਣਾਈ ਆ ਪਿੱਛੇ ਮੁੜੋਗੇ ਭਲਾ, ਨਹੀਂ ਤਾਂ ਫਿਰ ਕੋਸੇ ਨਾ ਇੰਨੀ ਬੇਨਤੀ ਕਰਕੇ ਫਿਰ ਖਾਲਸਾ ਪੰਥ ਨੂੰ ਸਮੁੱਚੇ ਤੌਰ ਤੇ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਆਈਆਂ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਹੁਣ ਆਪਾਂ ਅਰਦਾਸ ਸ਼ਾਮਲ ਹੋਣਾ। ਅਰਦਾਸ ਤੋਂ ਬਾਅਦ ਹੁਕਮਨਾਮਾ ਸਿੰਘ ਸਾਹਿਬ ਕੁਝ ਵਿਚਾਰ ਰੱਖਣਗੇ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਉਹ ਕੁਝ ਵਿਚਾਰ ਰੱਖਣਗੇ। ਉਸ ਤੋਂ ਬਾਅਦ ਫਿਰ ਆਪਾਂ ਅਫੀਸ਼ੀਅਲ ਤੌਰ ਦੇ ਉੱਤੇ ਜਿਹੜਾ ਉਹ ਚੈਨਲ ਅੱਜ ਆਪਾਂ YouTube ਲਾਂਚ ਕਰਨਾ। ਮੈਨੂੰ ਖਿਮਾ ਵੀ ਕਰਿਓ, ਮੈਂ ਮਾਫੀ ਵੀ ਤੁਹਾਤੋਂ ਮੰਗਦਾ। ਕਈ ਵਾਰੀ ਅਲਫਾਜ਼ ਇਹੋ ਜਿਹੇ ਵੀ ਵਰਤੇ ਜਾਂਦੇ ਆ, ਪਰ ਮੈਂ ਇੱਕ ਗੱਲ ਤੁਸੀਂ ਚੇਤੇ ਰੱਖਿਓ, ਕਈ ਤਾਂ ਬੱਚੇ ਹਾਲੇ ਮਾਵਾਂ ਦੀਆਂ ਕੁੱਖਾਂ 'ਚ ਨਹੀਂ ਸੀ ਆਏ। ਜਿਹੜੇ ਅੱਜ ਕਟਾਕਸ਼ ਕਰਦੇ ਆ ਉਹਨਾਂ ਨੇ ਸੰਘਰਸ਼ ਨਹੀਂ ਦੇਖੇ, ਉਹਨੇ ਤੱਤੇ ਥਾਂ ਕਿਤੇ ਪੈਰ ਨਹੀਂ ਰੱਖਿਆ। ਤੇ 84 ਤੋਂ ਬਾਅਦ ਦਾ ਵਰਤਾਰਾ ਦੇਖਿਓ, ਘਰੋਂ ਪੈਰ ਨਹੀਂ ਸੀ ਬਾਹਰ ਪੈਂਦਾ, ਤੇ ਅੱਜ ਕਰਕੇ ਕਿੰਤੂ ਪਰੰਤੂ ਕਰਦੇ ਆ। ਅੱਜ ਉਹਨਾਂ ਗੱਲਾਂ ਨੂੰ ਕਰਦੇ, ਮਾਂ ਦੇ ਗਰਭ ਵਿੱਚ ਵੀ ਬਾਅਦ 'ਚ ਆਏ ਤੇ ਸੁਣੀਆਂ ਸੁਣਾਈਆਂ ਗੱਲਾਂ ਕਰਦੇ, ਅਸੀਂ ਤਾਂ ਪਿੰਡੇ ਤੇ ਹਟਾਇਆ। ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਮੈਂ ਅੱਕ ਕਰਕੇ ਇਹ ਗੱਲ ਕਹਿਣਾ ਕਿ ਮੈਨੂੰ ਉਹ ਕਈ ਵਾਰੀ ਹੁੰਦਾ ਨਾ, ਪ੍ਰਵੋਕ ਕਰੋ, ਪ੍ਰਵੋਕ ਨਹੀਂ, ਗੁਰੂ ਪਾਤਸ਼ਾਹ ਕਿਰਪਾ ਕਰ ਨਾ ਪ੍ਰਵੋਕ ਹੋਣਾ ਹੀ ਆ, ਨਾ ਇਹ ਖਾਲਸੇ ਪੰਥ ਦੀ ਮਰਿਆਦਾ ਹੀ ਆ। ਪਰ ਆਪਣੇ ਅੰਦਰ ਝਾਤ ਮਾਰ ਲਿਆ ਕਰੋ। ਉਹ ਗੱਲ ਕਰਦੇ ਆ ਜਿਹੜੀ ਗੱਲ ਨਾ ਦੇਖੀ ਨਾ ਸੁਣੀ, ਉਦਾਂ ਹੀ ਦੂਰੋਂ ਚੱਕੀਆਂ ਗੱਲਾਂ ਕਰਕੇ ਆਪਾਂ ਇੱਕ ਦੂਜੇ ਦੀ ਕਰੈਕਟਰ ਅਸੈਸੀਨੇਸ਼ਨ ਕਰਦੇ ਆ।
ਮੈਂ ਤਾਂ ਉਹਨਾਂ ਨੂੰ ਵੀ ਜਿਹੜੇ YouTube ਮੀਡੀਆ ਦੇ ਉੱਤੇ ਰੋਜ਼ ਆਪਣਾ ਇਹ ਪਾਉਂਦੇ ਆ ਸਬਜੈਕਟ ਨਵੇਂ ਤੋਂ ਨਵਾਂ, ਉਹਨਾਂ ਨੂੰ ਵੀ ਮੈਂ ਤਾਂ ਕਹਿੰਦਾ ਗੁਰੂ ਸਾਹਿਬ ਜੀ ਸਮਤ ਬਖਸ਼ਿਸ਼ ਕਰੀ। ਕੁਛ ਤਾਂ ਅਣਜਾਣਪੁਣੇ ਚ ਕਰਦੇ ਆ, ਕੁਛ ਜਾਣਕਾਰੀ ਹੋਣ ਦੇ ਬਾਵਜੂਦ ਫਿਰ ਪਤਾ ਵੀ ਆ ਵੀ ਸਾਰਾ ਕੁਝ ਜੋ ਕਹਿ ਰਹੇ ਗਲਤ ਆ, ਪਰ ਕਹਿਣ ਤੋਂ ਸੰਕੋਚ ਨਹੀਂ ਕਰਦੇ। ਇਹਨਾਂ ਨੂੰ ਵੀ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ। ਸੋ ਜਿੰਨਾ ਕੁ ਵਾਅਦਾ ਕਰਵਾਇਆ ਸੀ ਗੁਰੂ ਸਾਹਿਬ ਜੀ ਨੇ, ਉਹ ਤਰਸ ਕਰਕੇ ਆਪ ਪੂਰਾ ਕਰਵਾਇਆ। ਅਗਲਾ ਕਾਰਜ ਆ ਬੈਠੀ ਆ ਸਬ ਕਮੇਟੀ, ਗਰੇਵਾਲ ਸਾਹਿਬ, ਮਹਿਤਾ ਸਾਹਿਬ, ਸਰਬਣ ਸਿੰਘ ਕਲਾਰ, ਸਰਦਾਰ ਕੁਲਵੰਤ ਸਿੰਘ ਮੰਨਣ, ਇਹ ਸਾਰੇ ਉਹਦੇ ਮੈਂਬਰ ਆ। ਇਹ ਸਾਰੇ ਉਹ ਕਾਰਜ ਜਿਹੜਾ ਰਹਿੰਦਾ ਉਹ ਵੀ ਸੰਪੂਰਨ ਕਰਾਉਣਗੇ। ਹੁਣ ਜਿੱਦਾਂ ਅੱਗੇ ਵੀ ਅਸੀਂ ਸਾਰਾ ਕਾਰਜ ਗੁਰੂ ਸਾਹਿਬ ਨੇ ਆਪ ਕਰਵਾਇਆ, ਇਹਦੇ ਲਈ ਯਤਨਸ਼ੀਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ ਇੰਨੀ ਬੇਨਤੀ ਕਰਕੇ ਜਜ਼ਬਾਤਾਂ ਦੇ ਬਹਿਣ ਸ਼ਾਇਦ ਕੋਈ ਗੱਲ ਵੱਡੀ ਵੀ ਕਹਿ ਗਿਆ ਹੋਵਾਂ, ਮੈਨੂੰ ਖਿਮਾ ਕਰਿਓ। ਅੰਤ ਦੇ ਵਿੱਚ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈ ਦਿੰਨਾ। ਅੱਜ YouTube ਚੈਨਲ ਆਪਾਂ ਜਿਹੜਾ ਲਾਂਚ ਕਰਨਾ, ਫਿਰ ਗੁਰੂ ਨੇ ਕਿਰਪਾ ਕੀਤੀ ਵੱਡਾ ਚੈਨਲ ਵੀ ਸਤਿਗੁਰੂ ਜੀ ਤੁਹਾਨੂੰ ਬਖਸ਼ਿਸ਼ ਕਰਨਗੇ, ਕਿਉਂਕਿ ਉਹਨਾਂ ਦਾ ਜਿਹੜਾ ਕਾਰਜ ਖੇਤਰ ਆ ਉਹ ਵੱਖਰੀ ਕਿਸਮ ਦਾ, ਉਹਦੇ ਸਟੂਡੀਓ ਵੱਖਰੇ ਬਣਦੇ ਆ, ਉਹਦਾ ਸਿਸਟਮ ਸਾਰਾ ਵੱਖਰਾ ਬਣਨਾ, ਉਹਦਾ ਸਟਾਫ ਵੱਖਰਾ ਰੱਖਿਆ ਜਾਣਾ। ਕਹੀ ਜਾਂਦੇ ਜੀ 24 ਘੰਟੇ 'ਚ ਜਾਰੀ, 24 ਘੰਟੇ 'ਚ ਲਾਗੂ ਕਰ ਦਿਆਂਗੇ। ਕਿਸੇ ਨੇ ਲਾਗੂ ਨਹੀਂ ਕਰਨਾ, ਕੇਵਲ ਤਾਂ ਕੇਵਲ ਇੱਕ ਵਿਵਾਦ ਬਣਾਉਣ ਲਈ ਬਿਆਨ ਦਿੱਤੇ ਜਾਂਦੇ ਆ। ਮੈਂ ਅੰਤ ਵਿੱਚ ਫਿਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ, ਤੁਸੀਂ ਕਾਰਜ ਕਰਨੇ ਵਾਲੇ ਕਰੋ। ਇਹ ਗੁਰੂ ਘਰ ਦੇ ਕਾਰਜ ਸੰਗਤਾਂ ਤੇ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਾਰਜ ਕਰਨ ਲਈ ਹਮੇਸ਼ਾ ਹੀ ਸਮਰੱਥ ਰਹੀ ਆ ਤੇ ਹਮੇਸ਼ਾ ਹੀ ਸਮਰੱਥ ਰਹੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਸੋ ਜਥੇਬੰਦੀਆਂ ਦੇ ਨਾਮ ਤਾਂ ਸਰਦਾਰ ਸਾਡੇ ਢੋਟੀਆਂ ਸਾਹਿਬ ਲੈਣਗੇ, ਪਰ ਜਿੰਨੀਆਂ ਜਥੇਬੰਦੀਆਂ ਵੀ ਨਿਹੰਗ ਸਿੰਘਾਂ ਦੀਆਂ ਵੀ ਆਈਆਂ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਮਾਨਯੋਗ ਪ੍ਰਧਾਨ ਸਾਹਿਬ ਜੀ ਦਾ, ਕਿਉਂਕਿ ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣਾ ਹੈ। ਪਰ ਮੈਂ ਧੰਨਵਾਦੀ ਹਾਂ ਕਿ ਸਮੁੱਚੇ ਰੂਪ ਵਿੱਚ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਮਹਾਂਪੁਰਖ ਨਿਹੰਗ ਸਿੰਘ ਜਥੇਬੰਦੀਆਂ ਹਾਜ਼ਰੀ ਭਰ ਰਹੀਆਂ ਨੇ। ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਉਹਨਾਂ ਵੱਲੋਂ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਪਹੁੰਚੇ ਨੇ। ਦਸ਼ਮੇਸ਼ ਤਰਨਾ ਦਲ ਵੱਲੋਂ ਜਥੇਦਾਰ ਮੇਜਰ ਸਿੰਘ ਜੀ ਸੋਢੀ ਦਲ ਪੰਥ ਸਮੇਤ ਹਾਜ਼ਰੀ ਭਰ ਰਹੇ ਨੇ। ਕਾਰ ਸੇਵਾ ਖਡੂਰ ਸਾਹਿਬ ਬਾਬਾ ਸੇਵਾ ਸਿੰਘ ਜੀ ਮਹਾਂਪੁਰਸ਼, ਉਹਨਾਂ ਵੱਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਹਾਜ਼ਰੀ ਭਰ ਰਹੇ ਨੇ। ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਮਹਾਂਪੁਰਖ, ਉਹਨਾਂ ਵੱਲੋਂ ਵੀ ਸਿੰਘ ਪਹੁੰਚੇ ਹਨ। ਸੰਤ ਬਾਬਾ ਭੁਪਿੰਦਰ ਸਿੰਘ ਜੀ ਹਾਜ਼ਰੀ ਭਰ ਰਹੇ ਨੇ। ਭਾਈ ਹਰਚੰਦ ਸਿੰਘ ਜੀ ਜਿਨ੍ਹਾਂ ਨੇ ਪੂਲੇ ਨੂੰ ਸੋਧਿਆ ਸੀ, ਉਹ ਵੀ ਹਾਜ਼ਰੀ ਭਰ ਰਹੇ ਨੇ। ਮੰਤ ਦਿਲਬਾਗ ਸਿੰਘ ਜੀ, ਇਸੇ ਤਰ੍ਹਾਂ ਬਾਬਾ ਦਿਲਬਾਗ ਸਿੰਘ ਬਾਲੇਵਾਲ, ਬਾਬਾ ਬਲਦੇਵ ਸਿੰਘ ਮੁਸਤਫਾਪੁਰ, ਬਾਬਾ ਬਲਦੇਵ ਸਿੰਘ ਜੀ ਵੱਲਾ ਨਿਹੰਗ ਸਿੰਘ ਜਥੇਬੰਦੀਆਂ, ਬਾਬਾ ਸਤਨਾਮ ਸਿੰਘ ਜੀ ਖਾਪੜ ਖੇੜੀ, ਬਾਬਾ ਸੁਖਬਾਲ ਸਿੰਘ ਜੀ ਮਾਲਵਾ ਤਰਨਾ ਦਲ, ਬਾਬਾ ਜਸਪਾਲ ਸਿੰਘ ਜੀ ਮੁਕਤਸਰ ਸਾਹਿਬ, ਬਾਬਾ ਗੁਰਦੇਵ ਸਿੰਘ ਜੀ ਤਰਸਿੱਕੇ ਵਾਲੇ ਮਹਾਂਪੁਰਸ਼, ਇਸੇ ਤਰ੍ਹਾਂ ਭਾਈ ਗੁਰਮਿੰਦਰ ਸਿੰਘ ਜੀ ਚਾਵਲਾ, ਕੇਂਦਰੀ ਗੁਰੂ ਸਿੰਘ ਸਭਾ ਤੋਂ ਸੁਰਿੰਦਰ ਸਿੰਘ ਜੀ ਕਿਸ਼ਨਪੁਰਾ, ਪੰਥਕ ਆਗੂ ਸਰਦਾਰ ਜਸਬੀਰ ਸਿੰਘ ਜੀ ਘੁੰਮਣ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਸੰਗਤੀ ਰੂਪ ਵਿੱਚ ਹਾਜ਼ਰੀ ਲਵਾ ਰਹੀਆਂ ਨੇ। ਦਾਸ ਸਭ ਦਾ ਧੰਨਵਾਦੀ, ਕਿਉਂਕਿ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਪਹੁੰਚੇ ਹੋ। ਕਿਸੇ ਦਾ ਨਾਂ ਰਹਿ ਗਿਆ ਹੋਵੇ ਤੇ ਉਹਦੇ ਲਈ ਮੁਆਫੀ ਹੈ, ਬਾਅਦ ਵਿੱਚ ਲੈ ਦਿਆਂਗੇ। ਸੋ ਹੁਣ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ। ਨਾਲ ਹੀ ਅਰਦਾਸ ਬੇਨਤੀ ਤੇ ਸਤਿਗੁਰਾਂ ਤੋਂ ਹੁਕਮ ਲੈ ਕੇ ਫਿਰ ਜਿਹੜੀ ਰਸਮੀ ਕਾਰਵਾਈ ਹੈ ਉਹ ਸਮੁੱਚੀ ਅੰਤਰਿੰਗ ਕਮੇਟੀ, ਮਾਨਯੋਗ ਪ੍ਰਧਾਨ ਸਾਹਿਬ, ਅਹੁਦੇਦਾਰ ਸਾਹਿਬਾਨ, ਉਹ ਸਾਧ ਸੰਗਤ ਜੀ ਇਧਰ ਪ੍ਰੋਜੈਕਟਰ ਲੱਗਾ ਹੋਇਆ ਹੈ ਤੇ ਬਟਨ ਨੱਪ ਕੇ ਅੱਜ ਜਿਹੜਾ YouTube ਚੈਨਲ ਹੈ ਉਹਦੀ ਸ਼ੁਰੂਆਤ ਕਰਨਗੇ। ਸੋ ਸਮੁੱਚੇ ਰੂਪ 'ਚ ਸਭ ਦਾ ਧੰਨਵਾਦ, ਜਥੇਬੰਦੀਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆ, ਸ਼ਬਦੋ ਤਾ ਗਾਵ ਹਰੀ ਕੀ ਰਾ, ਮਨ ਜਨੀ ਬਸਾਇਆ। ਕਾ ਨਾਨਕ ਆਨੰਦ ਹੋਆ,
ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਹਰ ਨਾਲੇ, ਹਰ ਨਾਮ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਿਮਰਤ ਸੁਆਮੀ। ਸੋ ਕਿਉ ਮਨ ਹਮ ਵਿਸਾਰੇ, ਕਾ ਨਾਨਕ ਮਨ ਮੇਰੇ ਸਦਾ ਹਰ ਨਾਲੇ। ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ, ਕਰਤਨ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਨ ਕੇ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵੇਟਾਂ। ਜਿਸ ਦੀਆਂ ਵਡਿਆਈਆ, ਕਹ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਤ ਕਰ ਧਾਰੀਆ। ਪੰਜ ਦੂਤ ਵਸ ਕੀਤੇ, ਕਾਲ ਕੰਟ ਕੁਮਾਰਿਆ। ਧੁਰ ਕਰਮ ਪਾਇਆ ਤਦ ਜਨ ਕੋ, ਸੇ ਨਾਮ ਹਰਿ ਕਾ ਲਾਗੇ। ਕਹ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਤਰੇ ਸਗਲ ਦੁਖ ਰੋਗ ਸੰਤਾਪ ਤਰੇ। ਸੁਣੀ ਸੱਚੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਸੁਣਤੇ ਪੁਨੀਤ ਕਹਤੇ ਪਵਤ। ਸਤਿਗੁਰ ਰਹਾ ਪਰ ਪੂਰੇ, ਧਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਸੁਣਤੇ ਪੁਨੀਤ ਕਹਤੇ ਪਵਤ। ਸਤਿਗੁਰ ਰਹਾ ਭਰ ਪੂਰੇ, ਧਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ। ਤੁਮ ਮਾਤ ਪਿਤਾ ਹਮ ਬਾਰਕ ਤੇ, ਮਹਿ ਸੁਖ ਕਨੇਰੇ। ਕੋਇ ਨ ਜਾਣ ਤੁਮਰਾ ਅੰਤ, ਉੱਚੇ ਤੇ ਉੱਚਾ। ਸਗਲ ਸਮਗਰੇ ਤੁਮਰਾ ਸੂਤਰ ਧਾਰੇ। ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਤੁਮ ਹੀ ਜਾਣੇ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ। ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਾਉ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜੈਸ ਡਿਠਾ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਦਿਆ ਬਤਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ। ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ।
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਏ, ਇਹਨਾਂ ਦੇ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। प्रथमे सर्बत खालसा जी के अरदास है जी। सर्बत खालसा जी को वाहेगुरु 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 चेते आवे। चेता मन का सदका सर्व सुख होवे। जहां जहां खालसा जी साहिबा, तहां तहां रशिया रियायत। देग तेग फतेह बिरद की पैद, पंथ के देता श्री साहिब दे सहाय। खालसे जी के बोल बाले बोलो जे वाहिगुरु, बोलो जे। सिखां नूं सिखी दान, केस दान, रहत दान, बबेक दान, विसाह दान, भरोसा दान, दाना सिर दान, नाम दान। श्री अमृतसर साहिब जी दे दर्शन इशनान। चौकियां झंडे बुंगे, जुगो जुग अटल धर्म का जयकार। बोलो दे वाहिगुरु, बोलो दे। सिखां दा मन नीवा मत उच्चे, मत पात दा राखा आप वाहिगुरु। हे अकाल पुरख अपने पंथ दे, सदा सहाई दातार दियो। श्री ननकाना साहिब ते होर गुरद्वारियां गुरधामां दे, जिन्हां तो पंथ नूं विछोड़िया गया है। खुले दर्शन दीदार अते सेवा संभाल दा दान। खालसा जी नूं बख्शो हे नमाणियां दे मान। नेताणियां दे तान, नेउटियां दी ओट, निआसरियां दे आसरा। अकाल पुरख वाहिगुरू दे धन धन श्री गुरु रामदास साहिब जीओ। राजान राजपानान पान देवान देव उपमा महान। ऐसे दीन दयाल सतगुरु तखत चवर छत्र दे मालिक। धन धन श्री गुरु ग्रंथ साहिब जीओ महाराज। आप जी दे हाजूर समूह संगत वालों अरदास बेनती जोदड़ी है। गरीब निवाज पातशाह जीओ आप जी दे पावन पवित्र मावाक हन। लख खुशियां पातशाहियां जे सतगुर नजर करे। निम खाए तहार नाम दे मेरा मन तन शीतल होए। अमृत सर सतगुर सत वादे जित नाता कौआ हंस हो है। गुरबाणी इस जग मह चानन कर्म वसै मन आए। गरीब निवाज पातशाह नामावा के अनुसार पावन पवित्र स्थान सचखंड श्री हरमंदिर साहिब श्री अमृतसर साहिब जी वालों गरीब निवाज पातशाह जीओ श्रोमणी गुरुद्वारा प्रबंधक कमेटी सचखंड श्री हरमंदिर साहिब जी वालों महान पवित्र स्थान सचखंड श्री हरमंदिर साहिब जी तो शब्द गुरबाणी पातशाह जीओ देश विदेश दियां संगतां नूं पहुंचाउण वास्ते अपना YouTube चैनल अज प्रारंभ करन जा रहे हैं। सतगुरु जी आप जी दे शुकराने विच
ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਪਾਵਨ ਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਕੇ ਭੋਗ ਪਵਾਉਣਾ ਕੀਤੇ। ਉਪਰੰਤ ਪਾਤਸ਼ਾਹ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਛਤਰ ਛਾਇਆ ਹੇਠ ਸੁੰਦਰ ਦੀਵਾਨ ਸੱਜੇ ਦੀਵਾਨਾਂ ਅੰਦਰ ਤੁਰਕੀ ਬਾਣੀ, ਰੱਬੀ ਬਾਣੀ, ਇਲਾਹੀ ਬਾਣੀ ਦੇ ਸ਼ਬਦ ਕੀਰਤਨ ਹੋਏ। ਗਰੀਬ ਨਿਵਾਜ ਪਾਤਸ਼ਾਹ ਜੀ ਮਹਾਨ ਕਿਰਪਾ ਕਰਨੀ ਜਿਹੜੀਆਂ ਇਹ ਮਹਾਨ ਕਾਰਜ ਆਪ ਜੀ ਦੀ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪ੍ਰਾਰੰਭ ਕੀਤੇ ਜਾ ਰਹੇ ਨੇ। ਇਹਨਾਂ ਕਾਰਜਾਂ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਸਮੂਹ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ। ਗਰੀਬ ਨਿਵਾਜ ਪਾਤਸ਼ਾਹ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਇਹਨਾਂ ਮਹਾਨ ਕਾਰਜਾਂ ਅੰਦਰ ਤਨ ਮਨ ਧਨ ਕਰਕੇ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਕੀਤੀਆਂ ਗਈਆਂ ਨੇ। ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਕਿਰਪਾ ਕਰੋ ਪਾਵਨ ਫਰਮਾਨ ਬਖਸ਼ੋ। ਉਪਰੰਤ YouTube ਚੈਨਲ ਪਰ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਮਾਨ ਹੋਵੇ। ਪ੍ਰਮਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈਆ ਕਾਲ ਕੀ ਤਬੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। खबार होए सब मिलेंगे बचे शरण दो, बोले सो निहाल। वाहेगुरु जी का खालसा वाहेगुरु जी की फतेह। अब रखो दास पाठ की लाज, जैसी राखी लाज भगत प्रहलाद की। हरनाखश फारे करे आज, फन द्रोपती लाज रखी हर प्रभ जी। श्रीमंत वस्त्र दीन बहु साज, सुदामा अपदा ते राखिया। गणका पढ़त पूरे तिहकाज, श्री सतगुर सुप्रसन्न कल जुग होए। रखो दास पाठ की लाज, सज्जन सच्चा पातशाह। सिर साहब शाह, जिस पास बैठिया सोही सबना दा वेसा। जिस पास बैठिया सोही सबना दा वेसा। सतनाम श्री वाहेगुरु साहेबा जी। जतसरी महला चौथा। घर पहला चौपदी एक ओंकार। सतगुर प्रसाद मेरा हियरा रतन नाम हर बसया।
ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕੇਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਹਿਣ ਲਾਥਾ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕੇਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਹਿਣ ਲਾਥਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰਾ ਨਾਮ ਦ੍ਰਿੜਾਇਆ, ਬਿਨ ਨਾਵਾ ਜੀਵਨ ਬਿਰਥਾ, ਰਹਾਉ ਬਿਨ ਗੁਰ ਮੂਰ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਸਾਥਾ, ਤੈਨ ਸਾਧੂ ਚਰਨ ਨਾ ਸੇਵੇ ਕਬਹੂ, ਤੈਨ ਸਭ ਜਨਮ ਅਕਾਥਾ, ਜਨ ਸਾਧੂ ਚਰਨ ਸਾਧ ਪਗ ਸੇਵੇ, ਤੈਨ ਸਫਲਿਓ ਜਨਮ ਸੁਨਾਥਾ, ਮੋਹ ਕਉ ਕੀਜਾ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ, ਹਮੇ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲਾ ਮਾਰਗ ਪੰਥਾ, ਹਮੇ ਅੰਧਲੇ ਕਾ ਗੁਰ ਅੰਚਲ ਦੀਜਾ, ਜਨ ਨਾਨਕਾ ਚਲਾ ਮਿਲੰਥਾ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲੋ ਮਾਰਗ ਪੰਥਾ, ਹਮ ਅੰਧਲੇ ਕਾ ਗੁਰ ਅੰਚਲ ਦੀਜਾ, ਜਨ ਨਾਨਕਾ ਚਲਹ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਿੰਘ ਪਰਲੀ ਸਾਈਡ ਚਲੇ ਜਾਓ। ਬੇਨਤੀ ਹੈ ਨਿਹੰਗ ਸਿੰਘਾਂ ਨੂੰ ਵੀ, ਜਥੇਬੰਦੀਆਂ ਨੂੰ ਵੀ, ਕਿ ਇਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਆ। ਥੋੜਾ ਜਿਹਾ ਰਾਈਟ ਹੈਂਡ ਤੇ ਤੁਸੀਂ ਸਤਿਕਾਰ ਸਹਿਤ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਆ ਤੇ ਸੰਗਤ ਨੂੰ ਬੇਨਤੀ ਪ੍ਰਸ਼ਾਦ ਸਤਿਕਾਰ ਸਹਿਤ ਲੈ ਕੇ ਫੇਰ ਸਭ ਨੇ ਜਾਣਾ।